ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਨੂੰ ਸਿੱਖ ਚੈਨਲ ਦੇ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਹੈ। ਸ਼ਿੰਦਰਪਾਲ ਸਿੰਘ ਮਾਹਲ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਸਿੱਖ ਚੈਨਲ ਦੀ ਟੀਮ ਪਹੁੰਚੀ ਹੈ ਇਸ ਵੇਲੇ ਪੰਜਾਬ ਦੇ ਵਿੱਚ। ਪੰਜਾਬ ਦੀਆਂ ਜੋ ਪੰਜਾਬੀ ਭਾਸ਼ਾ ਨੂੰ ਲੈ ਕੇ ਗਤੀਵਿਧੀਆਂ ਨੇ, ਸਰਗਰਮੀਆਂ ਨੇ, ਉਹਨਾਂ ਦੀ ਕੋਈ ਜਾਂਚ ਪੜਤਾਲ ਕਰਨ ਵਾਸਤੇ, ਕੁਝ ਤੱਥ ਇਕੱਠੇ ਕਰਨ ਵਾਸਤੇ, ਕੋਈ ਜਾਣਕਾਰੀ ਇਕੱਠੇ ਕਰਨ ਵਾਸਤੇ, ਜਾਂ ਦੇਖਣ ਵਾਸਤੇ ਕਿ ਜੋ ਪੰਜਾਬੀ ਅਸੀਂ ਛੱਡ ਕੇ ਗਏ ਸੀ, ਬਾਹਰਲੇ ਮੁਲਕਾਂ ਨੂੰ ਗਏ ਸੀ, ਰੋਜ਼ੀ ਰੋਟੀ ਦੀ ਖਾਤਰ ਗਏ ਸੀ, ਉਸ ਪੰਜਾਬੀ ਦਾ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਕੀ ਸਥਿਤੀ ਹੈਗੀ ਹੈ। ਮੇਰੇ ਨਾਲ ਦੋ ਵਿਦਵਾਨ ਬੈਠੇ ਨੇ ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹ ਆਪਣੀ ਅੱਖ ਤੋਂ ਇਸ ਪ੍ਰਪੇਖ ਨੂੰ ਕਿਵੇਂ ਦੇਖਦੇ ਹਨ, ਜੋ ਕਿ ਅਸੀਂ ਬਾਹਰਲੇ ਮੁਲਕਾਂ ਵਿੱਚ ਸਾਡੇ ਜਿਹੜੇ ਪੰਜਾਬੀ ਨੇ ਉਹ ਬੜੇ ਚਿੰਤਾਤੁਰ ਨੇ। ਜਿਹੜੀ ਪੰਜਾਬੀ ਆ ਉਸ ਦਾ ਜਿਹੜਾ ਮਿਆਰ ਹੈ ਉਹ ਘਟਦਾ ਜਾ ਰਿਹਾ ਹੈ, ਜਾਂ ਲੋਕਾਂ ਦੇ ਵਿੱਚ ਜਿਹੜੀ ਮਕਬੂਲੀਅਤ ਹੈ ਜਾਂ ਲੋਕਪ੍ਰਿਯਤਾ ਹੈ ਪੰਜਾਬੀ ਭਾਸ਼ਾ ਵਾਸਤੇ ਘਟਦੀ ਜਾ ਰਹੀ ਹੈ। ਜਦ ਕਿ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਬੜੀਆਂ ਹੀ ਸਦਭਾਵਨਾ ਦੇ ਨਾਲ ਲਿਆ ਜਾ ਰਿਹਾ ਹੈ। ਗੁਰਦੁਆਰਿਆਂ ਦੇ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ, ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਸੋ ਅੱਜ ਕਿਤੇ ਨਾ ਕਿਤੇ ਉਸ ਦਾ ਅਸੀਂ ਤਾਲਮੇਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਸੱਜੇ ਪਾਸੇ ਬੈਠੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਨੂੰ ਤੁਸੀਂ ਦੇਖ ਵੀ ਰਹੇ ਹੋ, ਡਾਕਟਰ ਗੁਰਕਵਾਲ ਸਿੰਘ ਜੀ ਕਾਲੋਂ, ਜਿਹੜੇ ਕਿ ਅਰਥ ਸ਼ਾਸਤਰੀ ਵੀ ਨੇ ਅਤੇ ਨਾਲ ਦੀ ਨਾਲ ਉਹ ਖੇਤੀਬਾੜੀ ਵਿਗਿਆਨੀ ਵੀ ਨੇ। ਅਤੇ ਉਹਨਾਂ ਦਾ ਸਭ ਤੋਂ ਪਹਿਲਾਂ ਅਸੀਂ ਨਿੱਘਾ ਅਤੇ ਹਾਰਦਿਕ ਸਵਾਗਤ ਕਰਦੇ ਹਾਂ। ਕਾਲੋ ਸਾਹਿਬ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਸ ਦੇ ਨਾਲ ਹੀ ਮੇਰੇ ਖੱਬੇ ਪਾਸੇ ਬੈਠੇ ਨੇ ਡਾਕਟਰੀ ਵਿਸ਼ੇ ਦੇ ਮਾਹਰ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ। ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਕਾਲੋ ਸਾਹਿਬ ਜੀ ਤੋਂ ਸ਼ੁਰੂ ਕਰਦੇ ਹਾਂ ਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਪਿਛਲੇ 3 ਹਫ਼ਤਿਆਂ ਤੋਂ ਜੋ ਪੰਜਾਬ ਦੀ ਫੇਰੀ ਉੱਤੇ ਆਏ ਹਾਂ, ਔਰ ਖ਼ਾਸ ਤੌਰ ਦੇ ਉੱਤੇ ਕਾਲੋ ਸਾਹਿਬ ਪੰਜਾਬ ਦੇ ਵਿੱਚ 1 ਨਵੰਬਰ ਤੋਂ ਇਹ ਜੋ ਪੰਜਾਬੀ ਮਾਹ ਭਾਵ ਕਿ ਪੰਜਾਬੀ ਮਹੀਨਾ ਮਨਾਇਆ ਜਾ ਰਿਹਾ ਹੈ, ਸਰਕਾਰ ਨੇ ਕੁਝ ਐਲਾਨ ਵੀ ਕੀਤੇ ਨੇ। ਤੁਸੀਂ ਆਪਣੀ ਗੱਲ ਨੂੰ ਪੰਜਾਬੀ ਭਾਸ਼ਾ ਦੇ ਪ੍ਰਪੇਖ ਤੋਂ ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਆ ਕਾਲੋ ਸਾਹਿਬ ਜੀ? ਦੇਖੋ ਮਾਲ ਸਾਹਿਬ, ਪੰਜਾਬੀ ਭਾਸ਼ਾ ਇੱਕ ਵੱਖਰੀ ਭਾਸ਼ਾ ਹੈ ਜਿਹੜੀ ਲੋਕ ਖਿੱਤੇ ਨੂੰ ਸਮਝ ਕੇ ਬਣਾਈ ਗਈ ਸੀ। ਹਿੰਦੁਸਤਾਨ ਦੀ ਸੰਸਕ੍ਰਿਤੀ ਬੜੀ ਅਮੀਰ ਹੈ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ, ਬਹੁਤ ਗ੍ਰੰਥ ਨੇ, ਲੇਕਿਨ ਇਹ ਨਵੇਕਲਾ ਗ੍ਰੰਥ ਸੀ ਜਿਹੜਾ ਲੋਕਾਂ ਦੀ ਬੋਲੀ 'ਚ ਬਣਾਇਆ ਗਿਆ, ਕਿਉਂਕਿ ਲੋਕ ਬੋਲੀ ਹੋਰ ਸੀ, ਗ੍ਰੰਥ ਹੋਰ ਭਾਸ਼ਾਵਾਂ 'ਚ ਸੀ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਇਹਨੂੰ ਭਾਸ਼ਾ ਬਣਾਇਆ, ਭਾਸ਼ਾ ਬਣਾ ਕੇ ਗ੍ਰੰਥ ਲਿਖਿਆ। ਮਕਸਦ ਕੀ ਸੀ? ਵੀ ਜੋ ਗੱਲ ਕਹਿਣੀ ਚਾਹੁੰਦੇ ਆ ਉਹ ਲੋਕਾਂ ਨੂੰ ਸਮਝਾਈ ਜਾ ਸਕੇ ਤਰੀਕੇ ਨਾਲ, ਲੋਕ ਉਹਨੂੰ ਸਮਝ ਸਕਣ ਅਤੇ ਜ਼ਿੰਦਗੀ ਦੇ ਅਮਲ 'ਚ ਲਿਆ ਸਕਣ। ਹੁਣ ਦਾ ਸਿਸਟਮ ਵੀ ਸਾਰਾ ਇਹੀ ਦੱਸ ਰਿਹਾ ਵੀ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਬੱਚੇ ਦਾ ਵਿਕਾਸ ਬਿਹਤਰ ਹੋ ਰਿਹਾ। ਜਿਹੜੀ ਸੰਸਥਾਵਾਂ ਅੰਗਰੇਜ਼ੀ ਪੜ੍ਹਾਉਣ 'ਚ ਮਾਹਰ ਨੇ, ਉਹਨਾਂ ਦਾ ਅਸੂਲ ਜਿਹੜੇ ਉਹਨਾਂ ਲਿਖੇ ਹੋਏ ਆ, ਉਹਦੇ ਵਿੱਚ ਵੀ ਉਹ ਲਿਖਦੇ ਵੀ ਬੱਚਾ 9-10 ਸਾਲ ਤੋਂ ਬਾਅਦ ਦੂਸਰੀ ਭਾਸ਼ਾ ਸਿੱਖੇ ਤਾਂ ਬਿਹਤਰ ਸਿੱਖ ਸਕਦਾ। ਉਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਵਿੱਚ ਉਹਦਾ ਵਿਕਾਸ ਬਿਹਤਰ ਹੁੰਦਾ। ਲੇਕਿਨ ਪੰਜਾਬ ਦੀ ਤਰਾਸਦੀ ਇਹ ਹੈ ਕਿ ਜਦੋਂ ਤੋਂ 66 ਤੋਂ ਪੰਜਾਬੀ ਸੂਬਾ ਬਣਿਆ, ਉਦੋਂ ਤੋਂ ਸਰਕਾਰਾਂ ਨੇ ਐਲਾਨ ਬੜੇ ਕੀਤੇ ਸਾਰੇ ਕੰਮ ਪੰਜਾਬੀ ਭਾਸ਼ਾ 'ਚ ਹੋਣਗੇ। ਮੈਨੂੰ ਦੱਸੋ ਜ਼ਰੂਰਤ ਕੀ ਸੀ ਇਹ ਲਿਖਣ ਦੀ? ਜਦੋਂ ਪੰਜਾਬੀ ਸੂਬਾ ਤੇ ਬਣਾਇਆ ਪੰਜਾਬੀ ਸੂਬਾ, ਉਹ 'ਤੇ ਕਾਨੂੰਨ ਬਣਾਉਣ ਦੀ ਵੀ ਕੀ ਲੋੜ ਸੀ? ਪੰਜਾਬੀ ਭਾਸ਼ਾ 'ਚ ਕੰਮ ਕੀਤੇ ਜਾਣਗੇ, ਇਹ ਆਪਣੇ ਆਪ ਹੋਣੇ ਚਾਹੀਦੇ ਸੀ, ਕਿਉਂਕਿ ਕਿਤੇ ਨਾ ਕਿਤੇ ਬਦਨੀਤੀਆਂ ਸੀ ਲਾਗੂ ਨਹੀਂ ਕੀਤੇ ਗਏ। ਦੂਸਰਾ, ਜਿਹੜੀ ਪੀੜ੍ਹੀ 'ਚ ਮੈਂ ਵੀ ਸ਼ਾਮਲ ਹਾਂ, ਜਿਹੜੀ 1950 ਤੋਂ ਬਾਅਦ ਜਨਮੀ ਆ, ਇਹਨਾਂ ਨੇ ਆਪਣੀ ਪੜ੍ਹਾਈ ਸਾਰੀ ਪੰਜਾਬੀ ਸਕੂਲਾਂ 'ਚ ਕੀਤੀ, ਲੇਕਿਨ ਦੂਜੇ ਪਾਸੇ ਇਸ ਗੱਲ ਨੂੰ ਪ੍ਰਮੁੱਖ ਰੱਖ ਲਿਆ ਕਿ ਸਾਡੇ ਬੱਚੇ ਜ਼ਰੂਰ ਅੰਗਰੇਜ਼ੀ ਸਕੂਲਾਂ 'ਚ ਪੜ੍ਹਨ। ਜਿਹਨੇ ਕਾਨਵੈਂਟ ਐਜੂਕੇਸ਼ਨ ਸਿਸਟਮ ਜਿਹੜਾ ਉਹਨੂੰ ਪ੍ਰਫੁੱਲਤ ਕੀਤਾ ਪੰਜਾਬ ਦੇ ਵਿੱਚ। ਉਦੋਂ ਪਹਿਲਾਂ ਦੇਖ ਲਓ ਕਿਤੇ ਵਿਰਲਾ ਅੰਗਰੇਜ਼ੀ ਸਕੂਲ ਹੁੰਦਾ ਸੀ। ਮੇਰਾ ਖਿਆਲ ਜਿਹੜੇ ਬੰਦੇ ਅਸੀਂ ਬੈਠੇ ਹੋਏ ਜਿੰਨੇ ਕੁ ਪੈਨਲ 'ਤੇ, ਇਹ ਸਾਰੇ ਹੀ ਪੰਜਾਬੀ ਸਕੂਲਾਂ ਦੇ ਪੜ੍ਹੇ ਹੋਣਗੇ। ਉੱਥੇ ਪੰਜਾਬੀ ਪੜ੍ਹਾਈ ਜਾਂਦੀ ਸੀ, ਹਿੰਦੀ ਵੀ ਪੜ੍ਹਾਈ ਜਾਂਦੀ ਸੀ, ਅੰਗਰੇਜ਼ੀ 6ਵੀਂ ਜਮਾਤ ਤੋਂ ਪੜ੍ਹਾਈ ਜਾਂਦੀ ਸੀ। ਕੀ ਲੋੜ ਪੈ ਗਈ ਕਿ ਪਹਿਲੀ ਤੋਂ ਬੱਚੇ ਨੂੰ ਅੰਗਰੇਜ਼ੀ ਪੜ੍ਹਾਉਣੀ ਆਪਾਂ? ਇਹ ਬੜਾ ਕਿਉਂਕਿ ਅਸੀਂ ਇਹ ਲੈ ਲਿਆ ਵੀ ਜਿਹੜਾ ਅੰਗਰੇਜ਼ੀ ਬੋਲਦਾ ਵਾ ਉਹ ਸੁਪੀਰੀਅਰ ਆ, ਉਹ ਵਧੀਆ ਵਾ, ਅਤੇ ਜਿਹੜਾ ਪੰਜਾਬੀ ਬੋਲਦਾ ਵਾ ਇਹ ਅਨਪੜ੍ਹ ਟਾਈਪ ਆ। ਜਿਨ੍ਹਾਂ ਲੋਕਾਂ ਨੇ ਆਪਣੀ ਭਾਸ਼ਾ ਨੂੰ ਇਹ ਗਰਦਾਨ ਲਿਆ, ਇਹ ਸਾਡੇ ਵਿੱਚ ਬੜੀ ਵੱਡੀ ਇੱਕ ਗੁਲਾਮ ਮਾਨਸਿਕਤਾ ਵਾਲੀ ਗੱਲ ਆ ਜਿਹੜੀ ਅਸੀਂ ਅਪਣਾ ਲਈ। ਇਹੀ ਸਾਡੀ ਗਿਰਾਵਟ ਦਾ ਕਾਰਨ ਬਣ ਰਹੀ ਹੈ। ਦੀਪਤੀ ਸਾਹਿਬ, ਥੋੜ੍ਹੀ ਜਿਹੀ ਭੂਮਿਕਾ ਕਾਲੋ ਸਾਹਿਬ ਨੇ ਬੰਨੀ ਆ। ਤੁਸੀਂ ਬੜੇ ਲੰਮੇ ਸਮੇਂ ਤੋਂ ਆਪਣੇ ਵਿਦਿਆਰਥੀ ਜੀਵਨ ਤੋਂ ਤੁਸੀਂ ਇਹ ਵੀ ਦੱਸਿਆ ਕਿ ਜਿਹੜੀ ਤੁਹਾਡੀ ਮੁੱਢਲੀ ਤੁਹਾਡੀ ਭਾਸ਼ਾ ਸੀ ਜਾਂ ਪੜ੍ਹਾਈ ਸੀ ਉਹ ਹਿੰਦੀ ਵਿੱਚ ਸੀ, ਫਿਰ ਤੁਸੀਂ ਪੰਜਾਬੀ ਵੱਲ ਨੂੰ ਆਏ। ਇਸ ਦਾ ਕੀ ਕਾਰਨ ਬਣਿਆ ਇਸ ਦਾ?
ਨਹੀਂ ਉਹ ਦੇਖੋ ਜੀ, ਜਿਹੜੀ ਗੱਲ ਕਾਲੋ ਸਾਹਿਬ ਨੇ ਕਹੀ ਬਿਲਕੁਲ ਉਹੀ ਹੈ ਵੀ 3 ਭਾਸ਼ਾ ਦਾ ਜਿਹੜਾ ਫਾਰਮੂਲਾ ਸੀਗਾ ਉਹੀ ਸੀਗਾ ਕਿ ਪਹਿਲੀ ਭਾਸ਼ਾ ਜੇ ਤੁਸੀਂ ਹਿੰਦੀ ਰੱਖਦੇ ਸੀਗੇ ਤਾਂ ਤੁਹਾਨੂੰ ਤੀਸਰੀ ਕਲਾਸ ਤੋਂ ਪੰਜਾਬੀ ਮਤਲਬ ਕਿ ਸ਼ੁਰੂ ਹੋ ਜਾਂਦੀ ਸੀਗੀ 2 ਸਾਲ ਬਾਅਦ, ਤੇ ਫਿਰ 6ਵੀਂ 'ਚ ਅੰਗਰੇਜ਼ੀ, ਫਿਰ 3 ਭਾਸ਼ਾ ਦਾ ਸੀਗਾ। ਇਹ ਫਾਰਮੂਲਾ ਸੀਗਾ। ਉਹ ਗੱਲ ਜੇ ਮੈਂ ਪਹਿਲੇ ਪੰਜਾਬੀ ਰੱਖਦਾ ਤਾਂ ਫਿਰ ਮੈਂ ਮਤਲਬ ਕਿ ਤੀਸਰੀ ਤੋਂ ਹਿੰਦੀ ਪੜ੍ਹਨੀ ਸੀਗੀ ਤੇ ਫਿਰ ਮੈਂ 6ਵੀਂ ਕਲਾਸ ਤੋਂ ਅੰਗਰੇਜ਼ੀ ਪੜ੍ਹਨੀ ਸੀਗੀ। ਗੱਲ ਕਾਲੋ ਸਾਹਿਬ ਨੇ ਗੱਲ ਸ਼ੁਰੂ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਹੋਰਾਂ ਨੇ ਮਤਲਬ ਗੱਲ ਕੀਤੀ। ਜੇ ਆਪਾਂ ਦੇਖੋ ਗੁਰੂ ਨਾਨਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਤੋਂ ਲੈ ਕੇ ਹੈ ਨਾ ਕਬੀਰ ਤੱਕ ਜਿਹੜੀ ਹੈਗੀ ਹੈ, ਖਾਸ ਤੌਰ 'ਤੇ ਜੇ ਆਪਾਂ ਕਰੀ ਸਾਰੇ ਜਿਹੜੇ ਬੋਲਣ ਵਾਲੇ ਹੈਗੇ ਨੇ ਉਹ ਜਿਹੜੀ ਹੈਗੇ ਬੋਲੀ ਲੋਕਾਂ ਦੀ ਬੋਲੀ ਹੈਗੀ ਹੈ, ਲੋਕ ਬੋਲੀ ਦੇ ਵਿੱਚ ਉਹ ਗ੍ਰੰਥ ਤਿਆਰ ਕੀਤਾ ਗਿਆ ਹੈਗਾ। ਹੁਣ ਜੇ ਆਪਾਂ ਬਾਬਾ ਫਰੀਦ ਦੀ ਗੱਲ ਕਰੀਏ, ਬਾਬਾ ਫਰੀਦ ਦਾ ਅੱਜ ਤੋਂ 800 ਸਾਲ ਪਹਿਲਾਂ ਉਹ ਇੱਥੇ ਪੈਦਾ ਹੁੰਦੇ ਹੈਗੇ ਨੇ। ਬਾਬਾ ਨਾਨਕ ਨੂੰ ਆਪਾਂ ਜਾਣਦੇ ਕਿ 550 ਸਾਲ ਹੋਏ ਨੇ, ਤਾਂ ਕਹਿਣ ਦਾ ਮਤਲਬ ਪੰਜਾਬੀ ਜਿਹੜੀ ਹੈਗੀ ਹੈ ਉਹ 800 ਸਾਲ ਪਹਿਲਾਂ ਮਤਲਬ ਕਿ ਇਹ ਹੋਂਦ ਵਿੱਚ ਆ ਗਈ ਸੀ, ਲਿਖੀ ਜਾਣ ਲੱਗੀ ਸੀਗੀ, ਤੇ ਉਹ ਬਾਅਦ ਵਿੱਚ ਚਲੋ ਗੁਰੂ ਅਰਜਨ ਦੇਵ ਹੋਰਾਂ ਨੇ ਉਹ ਕੰਪਾਈਲ ਕੀਤਾ ਗ੍ਰੰਥ ਮਤਲਬ ਕਿ। ਤਾਂ ਆਪਾਂ ਉਸ ਵਕਤ ਤੋਂ ਦੇਖੀਏ, ਪਰ ਜੇ ਆਪਾਂ ਦੂਜੇ ਪਾਸੇ ਦੇਖੀਏ ਜਿਹੜੀ ਨੇ ਗੁਲਾਮ ਮਾਨਸਿਕਤਾ ਦੀ ਗੱਲ ਕੀਤੀ ਤੇ 800 ਸਾਲ ਪੁਰਾਣੀ ਬੋਲੀ ਬਾਬਾ ਫਰੀਦ ਤੋਂ 800 ਸਾਲ ਹੀ ਅਸੀਂ ਗੁਲਾਮ ਰਹੇ ਹੈਗੇ। ਪਹਿਲਾਂ ਅਸੀਂ ਮੁਗਲਾਂ ਦੇ, ਕਿਉਂਕਿ ਬਾਬਾ ਫਰੀਦ ਜਿਹੜੇ ਹੈਗੇ ਨੇ ਜਾਂ ਗੁਰੂ ਨਾਨਕ ਹੈਗੇ ਨੇ ਉਹ ਉਸ ਮੁਗਲ ਕਾਲ ਤੋਂ ਸ਼ੁਰੂਆਤ ਹੁੰਦੇ, ਬਾਬਰ ਤੋਂ ਹੀ ਸਟਾਰਟ ਹੁੰਦਾ ਹੈਗਾ। ਤੇ ਇਸ ਤਰੀਕੇ ਨਾਲ ਤੇ ਜਦੋਂ ਆਪਣੇ ਦੇਸ਼ ਤੋਂ ਮੁਗਲ ਗਏ ਨੇ ਤਾਂ ਫਿਰ ਅੰਗਰੇਜ਼ ਆ ਜਾਂਦੇ ਹੈਗੇ ਨੇ। ਥੋੜ੍ਹਾ ਸਮਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਿਹਾ ਹੈਗਾ, ਤੇ ਉਦੋਂ ਵੀ ਸਾਰਾ ਕੰਮ ਪਹਿਲਾਂ ਫਾਰਸੀ ਵਿੱਚ ਤੇ ਉਹਦੇ ਅਰਬੀ ਦੇ ਵਿੱਚ ਹੋਇਆ ਸੀਗਾ, ਤੇ ਇਸ ਕਰਕੇ ਉਹਨਾਂ ਨੇ ਬਹੁਤਾ ਇਸ ਪਾਸੇ ਸੋਚਿਆ ਨਹੀਂ ਕਿ ਵੀ ਸਾਨੂੰ ਹੁਣ ਪੰਜਾਬੀ ਵੱਲ ਗੱਲ ਕਰਨੀ ਚਾਹੀਦੀ। ਭਾਵੇਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪੰਜਾਬੀ 'ਚ ਹੀ ਸੀਗਾ, ਪਰ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਆਈ ਨਹੀਂ। ਪਰ ਉਸ ਤੋਂ ਬਾਅਦ ਇੱਕਦਮ ਅੰਗਰੇਜ਼ ਆ ਗਏ, ਤੇ ਅੰਗਰੇਜ਼ਾਂ ਨੇ ਨੈਚੁਰਲੀ ਉਹ ਫਿਰ ਆਪਣੀ ਜਿਹੜੀ ਭਾਸ਼ਾ ਸੀਗੀ ਉਹ ਲੈ ਕੇ ਆਏ। ਤੇ ਉਹਨਾਂ ਨੇ ਹੁਣ ਅਸੀਂ ਕਹਿੰਦੇ ਹਾਂ ਵੀ ਅੰਗਰੇਜ਼ੀ ਆਈ, ਅਸੀਂ ਅੰਗਰੇਜ਼ਾਂ ਨੂੰ ਆਪਣਾ ਸੋਚਦੇ ਬੜੇ ਅਗਾਂਹ-ਵਧੂ ਸੀਗੇ, ਸਾਨੂੰ ਵਿਗਿਆਨ ਦਿੱਤਾ, ਵਿਗਿਆਨ ਦੀਆਂ ਕਿਤਾਬਾਂ ਦਿੱਤੀਆਂ, ਵਿਗਿਆਨ ਦੀ ਪੜ੍ਹਾਈ ਦਿੱਤੀ, ਪਰ ਸਹੀ ਮਾਇਨੇ ਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਆਪਣੇ ਮਕਸਦ ਵਾਸਤੇ ਲਾਗੂ ਕੀਤੀ ਕਿ ਉਹਨਾਂ ਨੂੰ ਆਮ ਲੋਕਾਂ ਦੇ ਨਾਲ ਸੰਪਰਕ ਕਰਨਾ ਸੀਗਾ। ਉਹਨਾਂ ਨੂੰ ਬੋਲਣ ਆਪਣੀ ਜਿਹੜੀ ਗੱਲ ਸੀਗੀ ਉਹ ਕਿਸੇ ਦੇ ਮਾਧਿਅਮ ਰਾਹੀਂ ਪਹੁੰਚਾਉਣੀ ਸੀਗੀ। ਉਹਨਾਂ ਨੇ ਸਹੀ ਮਾਇਨਿਆਂ ਦੇ ਵਿੱਚ ਕਲਰਕ ਪੈਦਾ ਕੀਤੇ ਆਪਣੇ ਵਾਸਤੇ, ਤੇ ਉਹਨਾਂ ਨੇ ਕਿਸੇ ਤਰੀਕੇ ਨਾਲ ਨਾ ਉਹਨਾਂ ਦਾ ਮਕਸਦ ਲੋਕਾਂ ਨੂੰ ਭਾਸ਼ਾ ਪੜ੍ਹਾਉਣੀ ਸੀਗੀ, ਨਾ ਲੋਕਾਂ ਨੂੰ ਕੁਛ ਜਿਹੜੇ ਸੀਗੇ ਚੰਦ ਲੋਕ ਜਿਹੜੇ ਚੰਗੇ ਅਮੀਰ ਘਰਾਣਿਆਂ ਦੇ ਸੀਗੇ, ਉਹਨਾਂ ਨੇ ਜ਼ਰੂਰ ਉਸ ਅੰਗਰੇਜ਼ੀ ਦਾ ਫਾਇਦਾ ਉਠਾ ਕੇ ਮੈਡੀਕਲ ਦਾ, ਇੰਜੀਨੀਅਰਿੰਗ ਦਾ, ਕੁਛ ਇੱਕ ਇਸ ਚੀਜ਼ ਦਾ ਉਹ ਪੜ੍ਹਿਆ, ਪਰ ਸਹੀ ਮਾਇਨਿਆਂ ਦੇ ਵਿੱਚ ਅਸੀਂ ਉਸ ਗੁਲਾਮੀ ਦੇ ਦੌਰ 'ਚ ਟੱਪੇ। ਤੇ ਹਾਂ, ਤੇ ਆਪਾਂ ਜੇ ਗੱਲ ਕਰੀਏ ਤਾਂ ਅੰਗਰੇਜ਼ਾਂ ਦਾ ਇੱਕੋ ਹੀ ਮਕਸਦ ਸੀਗਾ ਵੀ ਇਹਨਾਂ ਨੂੰ ਗੁਲਾਮ ਰੱਖਣ ਦਾ ਤਰੀਕਾ ਹੈਗਾ ਕਿ ਇਹਨਾਂ ਨੂੰ ਇਹਨਾਂ ਦੇ ਸੱਭਿਆਚਾਰ ਨਾਲ ਤੋੜ ਦਿੱਤਾ ਜਾਵੇ। ਸੱਭਿਆਚਾਰ ਨਾਲ ਸਿਰਫ ਬੋਲੀ ਨਹੀਂ ਹੁੰਦੀ। ਤੁਸੀਂ ਦੇਖੋ ਉਹਨਾਂ ਨੇ ਸਾਡਾ ਪਹਿਰਾਵਾ ਵੀ ਸਾਨੂੰ ਹੀਨ ਭਾਵਨਾ 'ਚ ਲਿਆ ਤਾ ਕਿ ਸਾਡਾ ਕੁੜਤਾ ਪਜਾਮਾ ਜਿਹਨੇ ਪਾਇਆ ਉਹ ਵੀ ਬੰਦੇ ਨੂੰ ਹੀਨ ਕਰਤਾ। ਖਾਣ ਪੀਣ ਵੀ ਜਿਹੜਾ ਸਾਡਾ ਸੀਗਾ ਉਹ ਵੀ ਸਾਨੂੰ ਕਰਤਾ ਵੀ ਇਹ ਤੁਹਾਡਾ ਖਾਣਾ ਪੀਣਾ ਵਧੀਆ ਨਹੀਂ ਹੈ, ਤੁਸੀਂ ਕੀ ਘਾਹ ਫੂਸ ਖਾਈ ਜਾਂਦੇ ਹੋ, ਜਦੋਂ ਕਿ ਇਹ ਜਿਹੜੇ ਖਾਣੇ ਸੀਗੇ ਸਾਡੇ ਬੜੇ ਪੌਸ਼ਟਿਕ ਖਾਣੇ ਸੀਗੇ। ਜਿਵੇਂ ਕਾਲੋ ਸਾਹਿਬ ਨੇ ਕਿਹਾ ਸਾਡੇ ਜਿਹੜੇ ਗ੍ਰੰਥ ਨੇ ਪੁਰਾਣੇ ਰਿਸ਼ੀਆਂ ਮੁਨੀਆਂ ਨੇ ਜਿਹੜਾ ਕੀਤੀ ਹੈ, ਵਿਗਿਆਨ ਦੀ ਗੱਲ ਕੀਤੀ ਹੈ, ਉਹ ਸਾਰੀ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚ ਜਿਹੜੀ ਸੀਗੀ ਉਹ ਹੈਗੀ ਹੈ। ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਖਾਸ ਤੌਰ 'ਤੇ ਜਿਹੜੀ ਅਸੀਂ ਗੁਲਾਮ ਮਾਨਸਿਕਤਾ ਦੀ ਗੱਲ ਕੀਤੀ ਹੈ। ਕਾਲੋ ਸਾਹਿਬ, ਲੱਗਦਾ ਕਿ ਅਸੀਂ ਭਾਵੇਂ ਜੇ ਅਸੀਂ ਨਾਲੰਦਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜਾਂ ਤਕਸਲਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਇਹੋ ਜਿਹੇ ਅਦਾਰੇ ਸਨ ਜਾਂ ਚਾਨਣ ਮਨਾਰੇ ਸਨ ਜਿੱਥੋਂ ਕਿ ਸਾਰਾ ਏਸ਼ੀਆ ਹੀ ਚਾਨਣ ਲੈਂਦਾ ਸੀ ਆ ਕੇ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਗੁਲਾਮ ਜਦੋਂ ਕਹਿੰਦੇ ਹਾਂ ਅਸੀਂ ਕਿ ਮੁਗਲ ਚਲੇ ਗਏ ਤਾਂ ਰਣਜੀਤ ਸਿੰਘ ਨੇ ਜੋ ਵੀ ਉਹਨਾਂ ਦਾ ਕੀਤਾ ਕਤਰਿਆ ਸੀ ਉਸ ਨੂੰ ਉਸੇ ਤਰ੍ਹਾਂ ਲਾਗੂ ਕਰ ਦਿੱਤਾ, ਭਾਵ ਕਿ ਨਵੀਂ ਕੋਈ ਸ਼ੈਲੀ, ਨਵੀਂ ਕੋਈ ਮੌਲਿਕ ਸੋਚ ਨਹੀਂ ਅਪਣਾਈ। ਉਸ ਤੋਂ ਬਾਅਦ ਅੰਗਰੇਜ਼ ਆਏ, ਅੰਗਰੇਜ਼ ਜੋ ਛੱਡ ਕੇ ਗਏ ਉਹੀ ਭਾਰਤੀ ਲੋਕਾਂ ਨੇ ਉਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਵਿੱਚ ਜਾਗਰਤੀ ਕਿਉਂ ਨਹੀਂ ਆ ਸਕੀ? ਤੇ ਹੁਣ ਇਸ ਵੇਲੇ ਉਸ ਸਮੇਂ ਦੇ ਆਪਾਂ 47 48 ਤੋਂ ਲੈ ਲਈਏ, ਚਲੋ 50 ਤੋਂ ਲੈ ਲਈਏ, ਹੁਣ ਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਆ 75 ਸਾਲਾਂ ਬਾਅਦ? ਮਾਲ ਸਾਹਿਬ, ਇਸ ਤਰ੍ਹਾਂ ਵੀ ਜਿਹੜੀ ਤੁਸੀਂ ਪਿਛੋਕੜ ਦੀ ਗੱਲ ਕੀਤੀ, ਉਦੋਂ ਸਾਡੀ ਪੜ੍ਹਾਈ ਸ਼ੁਰੂ ਹੁੰਦੀ ਸੀ ਮੰਦਿਰ ਤੋਂ, ਮਸਜਿਦ ਚੋਂ, ਧਰਮਸ਼ਾਲਾ ਤੋਂ। ਗੁਰਦੁਆਰਾ ਲਫ਼ਜ਼ ਬਾਅਦ 'ਚ ਆਇਆ, ਪਹਿਲਾਂ ਧਰਮਸ਼ਾਲਾ ਸੀ। ਧਰਮਸ਼ਾਲਾ ਉੱਥੇ ਸਾਡੇ ਵਿਦਵਾਨ ਸਾਨੂੰ ਭਾਸ਼ਾਵਾਂ ਪੜ੍ਹਾਉਂਦੇ ਸੀ ਤੇ ਆਪਣੀ ਮਾਂ ਬੋਲੀ ਨਾਲ ਜੋੜਦੇ ਸੀ। ਇੱਕ ਤੇ ਸਾਡੇ ਕੋਲ ਉਹ ਸਿਸਟਮ ਅੰਗਰੇਜ਼ ਨੇ ਤੋੜਤਾ, ਸਕੂਲ ਸਿਸਟਮ ਲਿਆ ਕੇ, ਤੇ ਦੂਸਰੇ ਪਾਸੇ ਆਪਣੇ ਸਿਲੇਬਸ ਦੇ ਦਿੱਤੇ। ਉਹ ਸਿਲੇਬਸਾਂ 'ਚ ਇਹ ਕਹਤਾ ਵੀ ਜਿੰਨੇ ਵੀ ਕੰਪੀਟੀਸ਼ਨ ਦੇ ਐਗਜ਼ਾਮ ਸੀਗੇ ਉਹ ਸਾਰੇ ਅੰਗਰੇਜ਼ੀ 'ਚ ਕਰਤੇ। ਸਾਡੇ 'ਚ ਹੋੜ ਲੱਗ ਗਈ। ਅਸੀਂ ਆਪਣੇ ਬੱਚਿਆਂ ਨੂੰ ਕਾਨਵੈਂਟ ਐਜੂਕੇਸ਼ਨ ਸਕੂਲਾਂ ਦੇ ਵਿੱਚ ਪਾਉਣਾ ਸ਼ੁਰੂ ਕਰਤਾ, ਪਬਲਿਕ ਸਕੂਲਾਂ 'ਚ ਪਾਉਣਾ ਸ਼ੁਰੂ ਕਰਤਾ, ਤੇ ਇਸ ਗੱਲ 'ਚ ਫਖਰ ਮਹਿਸੂਸ ਕਰਨ ਲੱਗ ਪਏ
ਵੀ ਜੇ ਡਰਾਇੰਗ ਰੂਮ ਨੂੰ ਅਸੀਂ ਬੈਠਕ ਕਵਾਂਗੇ ਤੇ ਅਸੀਂ ਹੀਣੇ ਲੱਗਣਾ, ਜੇ ਅਸੀਂ ਰਸੋਈ ਨੂੰ ਕਿਚਨ ਨਾ ਕਵਾਂਗੇ ਤੇ ਅਸੀਂ ਸ਼ਾਇਦ ਅਨਪੜ੍ਹ ਲੱਗੀਏ। ਮਤਲਬ ਇਹੋ ਜਿਹੇ ਬਹੁਤ ਲੱਖਰ ਨੇ। ਮੈਂ ਬਿਜਲੀ ਨੂੰ ਲਾਈਟ ਕਵਾਂਗੇ ਤੇ ਬੜੇ ਅੱਛੇ ਲੱਗਾਂਗੇ ਅਸੀਂ। ਮਤਲਬ ਇਹੋ ਜਿਹੇ ਹਜ਼ਾਰਾਂ ਲਫ਼ਜ਼ ਨੇ ਜਿਹੜੇ ਅਸੀਂ ਕੱਢੇ ਆ, ਜਿਹੜੇ ਲੋਕ ਆਮ ਵਰਤੋਂ 'ਚ ਲਿਆ ਰਹੇ ਸੀ ਤੇ ਅਸੀਂ ਫੈਸ਼ਨ ਪ੍ਰਸਤੀ ਕਰਕੇ ਜਾਂ ਕਹਿ ਲਓ ਆਪਣੇ ਆਪ ਨੂੰ ਸੁਪੀਰੀਅਰ ਦੱਸਣ ਵਾਸਤੇ ਉਹ ਲਫ਼ਜ਼ ਜਿਹੜੇ ਛੱਡਤੇ, ਆਪ ਵੀ ਉਹ ਅੰਗਰੇਜ਼ੀ ਦੇ ਲਫ਼ਜ਼ ਵਰਤਣੇ ਸ਼ੁਰੂ ਕਰ ਲਏ, ਬੱਚਿਆਂ ਨੂੰ ਵੀ ਉਹ ਸਿਖਾਉਣੇ ਸ਼ੁਰੂ ਕਰਤੇ। ਘਰਾਂ ਦੇ ਵਿੱਚ ਆਉਂਦਿਆਂ ਹੀ ਮਾਂ ਇਹ ਸਿਖਾਉਂਦੀ ਆ, ਪਾਪਾ ਸਿਖਾਉਂਦੀ ਆ, ਅੰਕਲ ਸਿਖਾਉਂਦੀ ਆ, ਠੀਕ ਹੈ, ਮੰਮਾ ਨਹੀਂ ਸਿਖਾਉਂਦੀ, ਕੌਲ ਸਾਹਿਬ ਆਪਾਂ ਅੰਮਾ ਨਹੀਂ ਸਿਖਾਉਂਦੀ। ਮੈਂ ਤੁਹਾਡੀ ਗੱਲ ਤੇ ਆ ਰਿਹਾ ਵੀ ਜਦੋਂ ਅਸੀਂ ਸਿਸਟਮ ਨੂੰ ਅਪਣਾਇਆ ਨਹੀਂ, ਅਸੀਂ ਉਹਨਾਂ ਦੇ ਮਗਰ ਲੱਗ ਤੁਰੇ ਆ ਤੇ ਸਾਡੀ ਭਾਸ਼ਾ ਦੇ ਜਿਹੜੇ ਅਸਲੀ ਅੱਖਰ ਸੀ ਉਹ ਮੰਨਫੀ ਹੁੰਦੇ, ਉਹਦੀ ਥਾਂ ਕੋਈ ਦੂਜਾ ਮਿਲਦਾ ਗਿਆ। ਤੇ ਮੈਂ ਆਪਣੀ ਗੱਲ ਇਸ ਗੱਲ ਤੇ ਮੁਕਾਉਣਾ ਵੀ ਇੱਕ ਪਾਸੇ ਸਾਡੀ ਮਾਨਸਿਕਤਾ ਵਾ ਵੀ ਅਸੀਂ ਆਪਣੀ ਮਾਂ ਦੇ ਬਦਲੇ ਮਤਰੇਈ ਮਾਂ ਨੂੰ ਕਤਈ ਬਰਦਾਸ਼ਤ ਨਹੀਂ ਕਰਦੇ, ਬੇਸ਼ੱਕ ਮਤਰੇਈ ਸਾਡੀ ਸਕੀ ਮਾਸੀ ਵੀ ਕਿਉਂ ਨਾ ਹੋਵੇ। ਦੂਜੇ ਪਾਸੇ ਦੂਜੀਆਂ ਭਾਸ਼ਾਵਾਂ ਨੂੰ ਅਸੀਂ ਅਪਣਾਈ ਜਾ ਰਹੇ ਹਾਂ, ਇਹ ਸਾਡੀ ਦੋਹਰੀ ਮਾਨਸਿਕਤਾ। ਇਹਦੇ ਵਿੱਚ ਥੋੜ੍ਹਾ ਜਿਹਾ ਕਈ ਵਾਰੀ ਦੇਖਦੇ ਹਾਂ ਦੀਪਤੀ ਸਾਹਿਬ ਕਿ ਜਿਹੜਾ ਜਜ਼ਬਾਤੀ ਪੱਖ ਜਿਹਾ ਬਹੁਤ ਆ ਜਾਂਦਾ ਹੈਗਾ ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ। ਇਹ ਸਾਡੀ ਗੁਰੂਆਂ ਦੀ ਬੋਲੀ ਆ, ਕਦੇ ਮਰ ਨਹੀਂ ਸਕਦੀ ਹੈਗੀ। ਪਰ ਤੁਹਾਡੇ ਖਿਆਲ ਦੇ ਵਿੱਚ ਇਹਨਾਂ ਪਿਛਲੇ 75 ਸਾਲਾਂ ਦੇ ਵਿੱਚ ਜੋ ਸਾਡੇ ਸਿੱਖਿਆ ਅਦਾਰੇ ਹੈਗੇ ਆ ਜਾਂ ਭਾਰਤ ਦੀ ਜਾਂ ਪੰਜਾਬ ਦੀ ਜਿਹੜੀ ਸਿੱਖਿਆ ਨੀਤੀ ਹੈਗੀ ਆ, ਤੁਸੀਂ ਉਹਦੇ ਵਿੱਚ ਕਿਹੋ ਜਿਹਾ ਬਦਲਾਵ ਦੇਖਣਾ ਚਾਹੁੰਦੇ ਆ ਕਿ ਕਿਹੋ ਜਿਹਾ ਬਦਲਾਵ ਹੋਣਾ ਚਾਹੀਦਾ? ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ, ਆਪਾਂ ਇਤਿਹਾਸਕ ਪਿਛੋਕੜ ਦੇ ਉੱਤੇ ਗੱਲਬਾਤ ਕੀਤੀ ਆ, ਤੁਸੀਂ ਇਹਦੇ ਵਿੱਚ ਕੀ ਬਦਲਾਵ ਦੇਖਣਾ ਚਾਹੁੰਦੇ ਆ? ਬਿਲਕੁਲ ਸਿਆਸਤ ਦੀ ਗੱਲ ਜਦੋਂ ਆਪਾਂ ਗੱਲ ਕਰਦੇ ਮੁਗਲਾਂ ਦੀ ਗੱਲ, ਉਹਨਾਂ ਨੇ ਮਤਲਬ ਕਿ ਅਰਬੀ ਫਾਰਸੀ ਲੈ ਕੇ ਆਂਦੀ। ਜਦੋਂ ਆਪਾਂ ਗੱਲ ਕਰਦੇ ਅੰਗਰੇਜ਼ਾਂ ਦੀ, ਉਹਨੇ ਅੰਗਰੇਜ਼ੀ ਲੈ ਕੇ ਆਂਦੀ। ਤਾਂ ਸੱਤਾ ਜਿਹੜੀ ਹੈਗੀ ਹੈ ਉਹ ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣਾ ਪਹਿਰਾਵਾ, ਆਪਣਾ ਖਾਣ ਪੀਣ ਲੈ ਕੇ ਆਂਦੀ ਹੈਗੀ ਹੈ। ਪਰ ਹੁਣ ਜਦੋਂ ਅਸੀਂ ਆਜ਼ਾਦ ਹੋ ਗਏ ਤਾਂ ਅਸੀਂ ਆਪਣੇ ਤਰੀਕੇ ਨਾਲ ਅਸੀਂ ਕਹਿੰਦੇ ਹੁਣ ਭਾਰਤ ਹੈਗਾ, ਇਹ ਭਾਰਤ ਹੈਗਾ, ਤਾਂ ਅਸੀਂ ਆਪਣੇ ਭਾਰਤੀ ਸੱਭਿਆਚਾਰ ਦੇ ਵਿੱਚ ਜੋ ਪਿਆਰ ਸੀਗਾ, ਜੋ ਚੰਗਾ ਸੀਗਾ, ਅਸੀਂ ਇਹ ਸਮਝਦੇ ਤੇ ਉਸ ਨੂੰ ਵਰਤਣਾ ਚਾਹੀਦਾ ਸੀਗਾ। ਪਰ ਅਸੀਂ ਵੀ ਜੇ ਦੇਖੋ ਜਿਹੜੇ ਵੀ ਸਾਡੇ ਲੀਡਰਸ਼ਿਪ ਸੀਗੀ, ਉਸ ਲੀਡਰਸ਼ਿਪ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ। ਪਰ ਤੁਸੀਂ ਦੇਖੋ ਵੀ ਸਾਡੀ ਲੀਡਰਸ਼ਿਪ ਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬੀ ਸੂਬਾ ਬਣਿਆ ਹੀ ਮਤਲਬ ਕਿ ਇਹ ਬੋਲੀ ਦੇ ਆਧਾਰ 'ਤੇ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਹੈਗਾ ਤੇ ਸੰਵਿਧਾਨ ਦੇ ਮੁਤਾਬਕ ਹੀ ਇਹ ਪ੍ਰਵਾਨਗੀ ਹੋਈ ਵੀ ਇਹ ਪੰਜਾਬ ਨੂੰ ਪੰਜਾਬੀ ਸੂਬਾ ਬਣਾ ਦਿੱਤਾ ਗਿਆ। ਮਤਲਬ ਜੇ ਇਹ ਸੀਗਾ ਪੰਜਾਬੀ ਬੋਲੀ ਦੇ ਲਾਗੂ ਕਰਨੀ ਸੀਗੀ। ਜਿਵੇਂ ਕਾਲੂ ਸਾਹਿਬ ਨੇ ਕਿਹਾ ਕਿ ਉਹਦੇ ਦਿਨ ਹੀ ਨੋਟੀਫਿਕੇਸ਼ਨ ਆ ਗਿਆ ਵੀ ਸਾਰੇ ਕੰਮ ਪੰਜਾਬੀ 'ਚ ਹੋਣਗੇ, ਸਾਰੇ ਜਿਹੜੇ ਵਿਸ਼ੇ ਨੇ ਉਹ ਪੰਜਾਬੀ 'ਚ ਪੜ੍ਹਾਏ ਜਾਣਗੇ, ਸਾਰੇ ਮਤਲਬ ਕਿ ਚਪੜਾਸੀ ਤੋਂ ਲੈ ਕੇ ਜਿਹੜੇ 77 ਤੱਕ ਜਿਹੜੇ ਨੇ ਉਹ ਸਾਰੇ ਪੰਜਾਬੀ ਬੋਲਣਗੇ। ਇਹ ਸਾਰੀ ਗੱਲ ਮਤਲਬ ਕਿ ਹੋਈ। ਪਰ ਗੱਲ ਹੈਗੀ ਹੈ ਵੀ ਇਹ ਗੱਲ ਸਿਰਫ ਕਹਿਣੀ ਜਿਹੜੀ ਹੈਗੀ ਹੈ, ਕਿਉਂਕਿ ਅਸੀਂ ਫਿਰ ਚਾਹੇ ਫੈਡਰਲ ਸਟਰਕਚਰ ਹੈਗੀ ਹੈ, ਸਾਡਾ ਇੱਕ ਆਪਣਾ ਇੱਕ ਸਟਰਕਚਰ ਹੈਗਾ ਪੰਜਾਬ ਦਾ ਰਾਜ ਪੱਧਰੀ, ਪਰ ਫਿਰ ਵੀ ਸਾਡੇ ਕੋਲ ਕੇਂਦਰ ਦੇ ਉੱਤੇ ਜਿਹੜਾ ਹੈਗਾ ਉਹ ਇੱਕ ਹਮੇਸ਼ਾ ਭਾਰੂ ਰਿਹਾ ਹੈਗਾ। ਕੇਂਦਰ ਨੇ ਰਾਜਾਂ ਨੂੰ ਉਹ ਅਧਿਕਾਰ ਨਹੀਂ ਦਿੱਤੇ। ਤਾਂ ਕਹਿਣ ਦਾ ਮਤਲਬ ਵੀ ਸੱਤਾ ਜਿਹੜੀ ਸੀਗੀ ਉਹਨਾਂ ਨੇ ਠੀਕ ਹੈ ਕਿ ਪੰਜਾਬ ਦੇ ਜਾ ਕੇ ਭਾਸ਼ਾ ਬਾਗ ਵੀ ਬਣਾਇਆ, ਉਹਨਾਂ ਨੇ ਇੱਥੇ ਮਤਲਬ ਕਿ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਵੀ ਬਣਾਈ, ਇਹਨਾਂ ਨੇ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਸੀਗਾ, ਜਾਂ ਜੋ ਸ਼ਬਦ ਸਾਡੇ ਸੀਗੇ ਉਹਨਾਂ ਨੂੰ ਜਾਂ ਨਵੇਂ ਸ਼ਬਦਾਂ ਦੀ ਵੀ ਲੋੜ ਸੀਗੀ ਉਹ ਮਤਲਬ ਕਿ ਉਹਨਾਂ ਨੂੰ ਘੜਨਾ ਸੀਗਾ। ਤਾਂ ਇਹ ਸਾਰੀ ਗੱਲ ਸੀਗੀ। ਸਵਾਲ ਹੈਗੀ ਹੈ ਕਿ ਅਸੀਂ ਜਦੋਂ ਇੱਕ ਮਾਨਸਿਕਤਾ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਸਿਆਸਤ ਦਾ ਬੜਾ ਮਤਲਬ ਕਿ ਮਹੱਤਵ ਹੁੰਦਾ ਹੈਗਾ। ਅਤੇ ਭਾਸ਼ਾ ਦੇ ਵਾਸਤੇ, ਇਹਦੇ ਵਿਕਾਸ ਦੇ ਵਾਸਤੇ, ਜਿਸ ਤਰ੍ਹਾਂ ਪਹਿਲੀਆਂ ਮਤਲਬ ਕਿ ਸਰਕਾਰਾਂ ਕਹਿ ਸਕਦਾ ਕਿ ਜੇ ਰਾਜਾਂ ਨੇ, ਚਾਹੇ ਮੁਗਲ ਸੀਗੇ ਚਾਹੇ ਅੰਗਰੇਜ਼ ਸੀਗੇ, ਉਹਨਾਂ ਨੇ ਉਸ ਤਰੀਕੇ ਨੂੰ ਜਿਸ ਤਰੀਕੇ ਨਾਲ ਅਪਲਾਈ ਕੀਤਾ, ਲਾਗੂ ਕੀਤਾ, ਅੰਗਰੇਜ਼ੀ ਸਕੂਲ ਖੋਲ੍ਹੇ, ਸਾਨੂੰ ਅਸੀਂ ਆਜ਼ਾਦ ਹੋਣਾ ਚਾਹੁੰਦੇ ਸੀਗੇ, ਆਜ਼ਾਦੀ ਸਾਡਾ ਸੁਪਨਾ ਸੀਗਾ, ਪਰ ਅਸੀਂ ਇਹ ਨਹੀਂ ਸੋਚਿਆ ਵੀ ਸਾਡਾ ਆਜ਼ਾਦ ਦੇਸ਼ ਕਿਹੋ ਜਿਹਾ ਹੋਊਗਾ। ਤਾਂ ਅਸੀਂ ਉਹ ਸਾਹਮਣੇ ਰੱਖ ਕੇ ਉਸ ਤੋਂ ਫਿਰ ਅਸੀਂ ਦੇਸ਼ ਨੂੰ ਫੈਡਰਲ ਸਟਰਕਚਰ ਬਣਾਇਆ ਵੀ ਰਾਜਾਂ ਤੱਕ, ਹਰੇਕ ਰਾਜ ਨੂੰ। ਮੈਂ ਗੱਲ ਕਰਦਾ ਵੀ ਸਿਹਤ ਅਤੇ ਜਿਹੜੀ ਸਿੱਖਿਆ ਹੈਗੀ ਹੈ ਇਹ ਰਾਜਾਂ ਦਾ ਅਧਿਕਾਰ ਹੋਣਾ ਚਾਹੀਦਾ ਹੈ। ਮੈਂ ਆਪਣੇ ਪਿਛਲੇ ਇੱਕ ਆਰਟੀਕਲ ਜਦੋਂ ਇੱਕ ਕਿਸਾਨੀ ਅੰਦੋਲਨ ਸੀਗਾ ਉਦੋਂ ਲਿਖਿਆ ਸੀਗਾ ਵੀ ਸਿਹਤ ਕਿਉਂ ਮਤਲਬ ਕਿ ਜਿਹੜੀ ਹੈਗੀ ਹੈ ਉਹ ਰਾਜਾਂ ਦੀ ਹੋਣੀ ਚਾਹੀਦੀ ਹੈ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਜਿਹੜਾ ਹੈਗਾ ਇਹ 3000 ਕਿਲੋਮੀਟਰ ਤੋਂ ਵੱਧ ਹੈਗਾ। ਅਤੇ ਤੁਸੀਂ ਦੇਖੋ ਜੀ ਕਸ਼ਮੀਰ ਦਾ ਵਾਤਾਵਰਨ ਅਤੇ ਜਿਹੜਾ ਆਪਣੇ ਕੰਨਿਆ ਕੁਮਾਰੀ ਦਾ ਵਾਤਾਵਰਨ ਉਹ ਅਲੱਗ ਹੈਗਾ, ਪੰਜਾਬ ਦਾ ਵਾਤਾਵਰਨ ਅਲੱਗ ਹੈਗਾ, ਰਾਜਸਥਾਨ ਦਾ ਅਲੱਗ ਹੈਗਾ, ਅਸਾਮ ਦਾ। ਅਤੇ ਜੇ ਆਪਾਂ ਉੱਤਰ ਦੱਖਣ ਪੂਰਬ ਪੱਛਮ ਚਾਰੇ ਕਾਰਨਰ ਆਪਾਂ ਮਿਲਾ ਲਈਏ, ਇਸੇ ਤਰੀਕੇ ਦੇ ਨਾਲ ਇਹ ਬਿਮਾਰੀਆਂ ਸਾਡੀਆਂ ਵੱਖਰੀਆਂ ਨੇ, ਸਾਡੀਆਂ ਸਿਹਤ ਸਮੱਸਿਆ ਵੱਖਰੀਆਂ ਨੇ। ਇਸ ਕਰਕੇ ਸਾਨੂੰ ਪਤਾ ਹੈਗਾ ਵੀ ਸਾਡੀ ਸਿਹਤ ਸਮੱਸਿਆ ਕੀ ਹੈ। ਇਹ ਅਧਿਕਾਰ ਸਾਨੂੰ ਹੋਣਾ ਚਾਹੀਦਾ ਵੀ ਅਸੀਂ ਆਪਣੀ ਪਾਲਿਸੀ ਆਪ ਬਣਾਈਏ। ਉਵੇਂ ਸਿੱਖਿਆ ਦੀ ਗੱਲ ਹੈ, ਇਹ ਸੱਭਿਆਚਾਰਕ ਗੱਲ ਹੈਗੀ ਹੈ ਵੀ ਸਾਡੇ ਸੱਭਿਆਚਾਰ ਦੇ ਵਿੱਚ ਅਸੀਂ ਕੀ ਪੜ੍ਹਾਉਣਾ ਚਾਹੁੰਦੇ ਹਾਂ, ਕਿਹੜੇ ਹੀਰੋ ਅਸੀਂ ਦੱਸਣਾ ਚਾਹੁੰਦੇ ਹਾਂ,
ਕਿਹੜੇ ਨਾਇਕ ਦੱਸਣਾ ਚਾਹੁੰਦੇ ਆ, ਪੜ੍ਹਾਉਣਾ ਚਾਹੁੰਦੇ ਆ। ਅਸੀਂ ਭਗਤ ਸਿੰਘ ਪੜ੍ਹਾਵਾਂਗੇ, ਭਗਤ ਸਿੰਘ ਹੋ ਸਕਦਾ ਹੈਗਾ ਕਿ ਸਾਊਥ ਵਾਸਤੇ ਉਹਨਾਂ ਰੈਲੇਵੈਂਟ ਨਾ ਹੋਵੇ। ਅਸੀਂ ਗੁਰੂ ਨਾਨਕ ਨੂੰ ਇੱਥੇ ਮਤਲਬ ਕਿ ਦੱਸਣਾ ਚਾਹੁੰਦੇ ਆ, ਉਹਦੀ ਬਾਣੀ ਹੋ ਸਕਦਾ ਸਾਊਥ ਦੇ ਹੀਰੋ ਹੋਰ ਹੋਣ। ਤਾਂ ਇਸ ਕਰਕੇ ਜਿਹੜੀ ਸਿੱਖਿਆ ਨੀਤੀ ਅਤੇ ਸਿਹਤ ਨੀਤੀ ਜਿਹੜੀ ਹੈਗੀ ਆ, ਇਹ ਰਾਜਾਂ ਦਾ ਅਧਿਕਾਰ ਹੋਣਾ ਚਾਹੀਦਾ। ਇਸ ਕਰਕੇ ਇਹ ਵਿਗਿਆਨਿਕ ਪੱਖ ਹੈਗਾ, ਇਹਨੂੰ ਮਤਲਬ ਕੀ ਕਰਨਾ ਚਾਹੀਦਾ ਹੈਗਾ। ਸਿਆਸਤ ਦਾ ਇੱਥੇ ਰੋਲ ਹੈਗਾ, ਪਾਲਿਸੀਆਂ ਬਣਾਉਣ ਦਾ, ਉਹਨਾਂ ਨੂੰ ਲਾਗੂ ਕਰਨ ਦਾ। ਠੀਕ ਹੈ ਕਾਲੂ ਸਾਹਿਬ, ਦੀਪਤ ਜੀ ਨੇ ਗੱਲ ਕੀਤੀ ਹੈ ਕਿ ਜਿਹੜਾ ਰਾਜਨੀਤੀ ਹੈ ਉਹਦਾ ਜਿਹੜਾ ਰੋਲ ਜਾਂ ਉਹਦਾ ਥਾਪੜਾ ਬੜਾ ਜ਼ਰੂਰੀ ਹੈ ਕਿਸੇ ਵੀ ਭਾਸ਼ਾ ਵਾਸਤੇ ਜਾਂ ਹੋਰ ਜੋ ਸਮਾਜ ਦੇ ਵਿੱਚ ਬਦਲਾਅ ਆਉਣਾ ਚਾਹੀਦਾ। ਤੁਸੀਂ ਕਿਸਾਨ ਮੋਰਚੇ ਨੂੰ ਹੰਢਾਇਆ, ਇੱਕਦਮ ਜਿਹੜਾ ਜੋਸ਼ ਭਰ ਗਿਆ ਪੰਜਾਬੀਆਂ ਦੇ ਵਿੱਚ, ਇਹੋ ਜਿਹਾ ਜੋਸ਼ ਜਿਹੜਾ 1955 ਵੇਲੇ ਪੰਜਾਬੀ ਸੂਬੇ ਵੇਲੇ ਬਣਿਆ ਸੀਗਾ, ਕਿਸਾਨ ਮੋਰਚੇ ਵੇਲੇ ਕਿਸਾਨ ਮੰਗਾਂ ਵਾਸਤੇ, ਹੱਕਾਂ ਵਾਸਤੇ ਬਣਿਆ ਸੀਗਾ, ਕੀ ਪੰਜਾਬੀ ਭਾਸ਼ਾ ਵਾਸਤੇ ਵੀ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਹੋ ਜਿਹੀ ਜਾਗਰਤੀ ਕਦੇ ਆ ਸਕਦੀ ਆ? ਬਿਲਕੁਲ ਮਾਲ ਸਾਹਿਬ, ਕਿਸਾਨ ਮੋਰਚੇ ਤੋਂ ਥੋੜਾ ਸਮਾਂ ਪਹਿਲਾਂ ਇਹ ਜਾਗਰਤੀ ਆਈ, ਇਹ ਮੁਹਿੰਮ ਆਈ ਜਦੋਂ ਸਾਰੇ ਸੂਚਨਾ ਫੱਟੇ ਉੱਪਰ ਅੰਗਰੇਜ਼ੀ ਲਿਖੀ ਹੋਈ ਸੀ, ਦੂਜੇ ਨੰਬਰ ਤੇ ਹਿੰਦੀ ਲਿਖੀ ਸੀ, ਪੰਜਾਬੀ ਤੀਜੇ ਨੰਬਰ ਤੇ ਸੀ। ਉਦੋਂ ਪੰਜਾਬ ਦੇ ਨੌਜਵਾਨਾਂ ਨੇ ਫੱਟਿਆਂ ਦੇ ਪੋਚੇ ਫੇਰੇ ਆ। ਉਹ ਜਾਗਰਤੀ ਸੀ, ਉਹ ਇੱਕ ਮੁਹਿੰਮ ਸੀ, ਉਹਦਾ ਅਸਰ ਹੋਇਆ। ਫਿਰ ਅੱਜ ਪੰਜਾਬ ਦੀ ਸਰਕਾਰ ਨੇ ਫਿਰ ਐਲਾਨ ਕੀਤਾ ਕਿ ਸਾਰੇ ਸੂਚਨਾ ਫੱਟੇ ਜਿਹੜੇ ਉੱਪਰ ਪੰਜਾਬੀ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਆ। ਅਸੀਂ ਸਾਊਥ ਸਾਈਡ ਤੇ ਗਏ ਹਾਂ, ਉੱਥੇ ਜਿਹੜੀ ਵੀ ਸਟੇਟ ਆ, ਜੇ ਮਹਾਰਾਸ਼ਟਰ ਗਏ ਮਰਾਠੀ ਦੇ ਵਿੱਚ ਉੱਪਰਲਾ ਲਿਖਿਆ ਗਿਆ। ਕੇਰਲਾ ਗਏ ਹਾਂ, ਤਾਮਿਲਨਾਡੂ ਗਏ ਹਾਂ, ਉੱਥੇ ਤਾਮਿਲ 'ਚ ਬਾਕੀ ਭਾਸ਼ਾਵਾਂ ਉਹਨਾਂ ਦੀ ਜਿਹੜੀਆਂ ਹੈਗੀਆਂ ਉੱਪਰ ਲਿਖਦੇ ਆ। ਠੀਕ ਹੈ, ਅੰਗਰੇਜ਼ੀ ਤੇ ਪਰਾਈ ਭਾਸ਼ਾ ਤੀਜੇ ਨੰਬਰ ਤੇ ਹੋਣੀ ਚਾਹੀਦੀ ਹੈ। ਅਸੀਂ ਬਦੋ ਬਦੀ ਇਹਨੂੰ ਮਹੱਤਤਾ ਦੇ ਰਹੇ ਹਾਂ। ਇਹ ਮੁਹਿੰਮ ਬਣਾਉਣ 'ਚ ਕੋਈ ਬਹੁਤੀ ਗੱਲ ਨਹੀਂ ਹੈ। ਬਹੁਤ ਸਾਰੀਆਂ ਸੰਸਥਾਵਾਂ ਇਸ ਗੱਲ 'ਤੇ ਲੱਗੀਆਂ ਹੋਈਆਂ, ਲੇਕਿਨ ਅਜੇ ਤੱਕ ਉਹ ਸਾਰੀਆਂ ਸੰਸਥਾਵਾਂ ਇਕੱਲੇ ਯਤਨ ਕਰ ਰਹੀਆਂ, ਇੱਕ ਮੁੱਠ ਹੋ ਕੇ ਨਹੀਂ ਕਰ ਰਹੀਆਂ। ਜਦੋਂ ਇੱਕ ਮੁੱਠ ਹੋ ਗਈਆਂ ਉਹ ਮੁਹਿੰਮ ਹੀ ਹੈ। ਠੀਕ ਹੈ, ਏਕਤਾ ਦੀ ਵੀ ਗੱਲ ਆਈ ਆ। ਦੀਪ ਜੀ, ਤੁਸੀਂ ਦੇਖਿਆ ਕਿ ਤੁਸੀਂ ਆਪਣੀ ਵਿਸ਼ੇ ਦੇ ਨਾਲ ਸੰਬੰਧਿਤ ਬਹੁਤ ਸਾਰਾ ਜਿਹੜਾ ਡਾਕਟਰੀ ਸਾਹਿਤ ਲਿਖਿਆ ਤੁਸੀਂ। ਹੁਣ ਗੱਲ ਚੱਲਦੀ ਹੈ ਕਿ ਜਿਹੜੀ ਕੇਂਦਰ ਸਰਕਾਰ ਵੀ ਆ ਉਹ ਚਾਹੁੰਦੀ ਹੈ ਕਿ ਜੋ ਡਾਕਟਰੀ ਦੀ ਪੜ੍ਹਾਈ ਹੈ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਹੈ ਉਹ ਵੀ ਖੇਤਰੀ ਭਾਸ਼ਾਵਾਂ ਦੇ ਵਿੱਚ ਹੋਵੇ। ਤੁਹਾਨੂੰ ਡਾਕਟਰੀ ਦੀ ਪੜ੍ਹਾਈ ਵਾਸਤੇ ਤੁਹਾਨੂੰ ਪੰਜਾਬੀ ਭਾਸ਼ਾ ਤੋਂ ਕਿੰਨੀਆਂ ਕੁ ਉਮੀਦਾਂ ਹੈਗੀਆਂ ਕਿ ਕੀ ਇਹ ਸੰਭਵ ਹੋ ਸਕੇਗਾ? ਜਿਹੜਾ ਅਸੀਂ ਸਿੱਖਿਆ ਮਾਧਿਅਮ ਪਰਿਵਰਤਨ ਦੀ ਗੱਲ ਕਰਦੇ ਹਾਂ, ਇਹ ਕਿੱਡਾ ਕਿ ਸੌਖਾ ਕਾਰਜ ਲੱਗਦਾ ਤੁਹਾਨੂੰ? ਨਹੀਂ, ਦੇਖੋ ਜੇ ਸਰਕਾਰਾਂ ਚਾਹਣ ਤਾਂ ਮਤਲਬ ਕਿ ਕੋਈ ਕੰਮ ਔਖਾ ਨਹੀਂ ਹੁੰਦਾ। ਜੇ ਮੰਨ ਲਓ ਕਿ ਆਪਣੇ ਜਿਹੜੀ ਮੈਂ ਵੀ ਸੁਣਿਆ ਵੀ ਕੇਂਦਰ ਸਰਕਾਰ ਨੇ ਇਹ ਕੀਤਾ ਹੈ ਅਨਾਊਂਸ ਕਿ ਵੀ ਇਹ ਹਿੰਦੀ ਦੇ ਵਿੱਚ ਡਾਕਟਰੀ ਪੜ੍ਹਾਈ ਜਾਊਗੀ। ਸਵਾਲ ਹੈਗਾ ਕਿ ਇੱਕ ਉਹਦਾ ਅਨਾਊਂਸਮੈਂਟ ਤੁਸੀਂ ਸਟੇਜ 'ਤੇ ਖੜ੍ਹ ਕੇ ਕਈ ਵਾਰੀ ਤੁਸੀਂ ਲਾਹਾ ਵੀ ਲੈਣਾ ਹੁੰਦਾ ਹੈ, ਰਾਜਨੀਤਿਕ ਲਾਹਾ, ਮਤਲਬ ਕਿ ਜੇ ਕੋਈ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਈ ਵਾਰੀ ਅਤੇ ਤੁਸੀਂ ਇਹ ਕਰਦੇ ਹੋ। ਪਰ ਫਿਰ ਤੁਸੀਂ ਕਈ ਵਾਰੀ ਜਦੋਂ ਲਾਗੂ ਕਰਨ ਦਾ ਟਾਈਮ ਆਉਂਦਾ ਹੈਗਾ, ਉਹ ਆਪਾਂ ਮਤਲਬ ਕਿ ਦੇਖਦੇ ਹਾਂ ਕਿ ਲਾਗੂ ਕਰਨ ਵੇਲੇ ਅਸੀਂ ਹੋਰ ਕਈ ਚੀਜ਼ਾਂ, ਉਹ ਦੇਖੋ ਇਹ ਨਹੀਂ ਮੈਂ ਕਹਿੰਦਾ ਕਿ ਦੇਖੋ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਆਪਸ ਵਿੱਚ ਇੱਕ ਦੂਜੇ ਦਾ ਦਬਾਅ ਹੈਗਾ। ਕਿਸਾਨੀ ਅੰਦੋਲਨ ਦੇ ਕਿਸਾਨਾਂ ਦਾ ਕਾਨੂੰਨ ਸੀਗੇ, ਉਹਦੇ ਵਿੱਚ ਉਹਨਾਂ ਦੇ ਬਣਨ ਦੇ ਪਿੱਛੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਭਾਰਤ ਚਾਹੁੰਦਾ ਸੀ ਜਾਂ ਕਿਸਾਨ ਚਾਹੁੰਦੇ ਸੀਗੇ। ਉਹਦੇ WTO ਵਰਗੀਆਂ ਜਿਹੜੀਆਂ ਬਹੁਤ ਸਾਰੀਆਂ ਫਰਮਾਂ ਹੈਗੀਆਂ, ਆਪਣੇ ਜਿਹੜੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦਾ ਵੀ ਦਬਾਅ ਸੀਗਾ। ਵੀ ਉਸੇ ਤਰੀਕੇ ਨਾਲ ਜਦੋਂ ਆਪਾਂ ਆਪਣੀ ਮਾਂ ਬੋਲੀ ਦੀ ਜਾਂ ਮਾਤ ਭਾਸ਼ਾ ਦੀ ਗੱਲ ਕਰਦੇ ਹਾਂ, ਹੋ ਸਕਦਾ ਹੈਗਾ ਕਿ ਕੋਈ ਅੰਤਰਰਾਸ਼ਟਰੀ ਜਿਹੜੀਆਂ ਹੈਗੀਆਂ ਨੇ ਲੋਬੀਜ਼, ਉਹ ਜਿਹੜੇ ਇੰਗਲਿਸ਼ ਦੀ ਲੋਬੀ ਹੋਵੇ ਭਾਵੇਂ, ਮਤਲਬ ਕਿ ਉਹ ਚਾਹੁੰਦੀ ਹੁਣ ਵੀ ਆਪਾਂ ਮਤਲਬ ਕਿ ਜਿਹੜੀਆਂ ਨੇ ਖੇਤਰੀ ਭਾਸ਼ਾਵਾਂ ਨੂੰ ਇਹਨਾਂ ਨੂੰ ਖਤਮ ਕੀਤਾ ਜਾਵੇ ਅਤੇ ਮਤਲਬ ਕਿ ਜਿਹੜੀ ਹੈ ਅੰਗਰੇਜ਼ੀ ਹੈ ਜਿਹੜੀ ਇਹਨੂੰ ਪ੍ਰਮੋਟ ਕੀਤਾ ਜਾਵੇ, ਤਾਂ ਉਹ ਵੀ ਦਬਾਅ ਪਾ ਸਕਦੀਆਂ ਨੇ। ਇਸ ਕਰਕੇ ਇੰਪਲੀਮੈਂਟੇਸ਼ਨ ਲੈਵਲ ਦੇ ਉੱਤੇ ਆ ਕੇ ਕਈ ਵਾਰ ਚੀਜ਼ਾਂ ਨੇ, ਪਰ ਜੇ ਸਰਕਾਰ ਫਿਰ ਵੀ ਚਾਹੇ ਵੀ ਅਸੀਂ ਇਹ ਕਰਨਾ ਹੈਗਾ ਤਾਂ ਅਸੀਂ ਕਰਨਾ ਹੈਗਾ ਤਾਂ ਉਹ ਕਰ ਸਕਦੇ ਹੈਗੇ ਨੇ। ਇਸ ਕਰਕੇ ਇਹ ਜਦੋਂ ਹੁਣ ਮੰਨ ਲਓ ਕੇਂਦਰ ਨੇ ਇਹ ਇਨੀਸ਼ੀਏਟਿਵ ਲਿਆ ਕਿ ਅਸੀਂ ਹਿੰਦੀ ਵਿੱਚ ਮਤਲਬ ਕਿ ਡਾਕਟਰੀ ਕਰਾਵਾਂਗੇ, ਤਾਂ ਫਿਰ ਇੱਕ ਰਾਹ ਖੁੱਲ੍ਹ ਜਾਂਦਾ ਹੈਗਾ। ਫਿਰ ਪੰਜਾਬ ਨੂੰ ਇੱਕ ਰਾਹ ਲੱਭ ਜਾਊਗਾ ਵੀ ਅਸੀਂ ਵੀ ਆਪਣੀ ਮਾਂ ਬੋਲੀ ਦੇ ਵਿੱਚ, ਜਾਂ ਫਿਰ ਲੋਕ ਵੀ ਇੱਥੇ ਆਪਸ ਵਿੱਚ ਖੜੇ ਹੋ ਕੇ ਕਹਿਣਗੇ ਕਿ ਇਹ ਪੰਜਾਬੀ ਦੇ ਵਿੱਚ ਮਤਲਬ ਕਿ ਸ਼ੁਰੂਆਤ ਕੀਤੀ ਜਾਵੇ। ਡਾਕਟਰ ਸਾਹਿਬ, ਨਾਲ ਲੱਗਦਾ ਸਵਾਲ ਹੈਗਾ ਕਿ ਜੇ ਅਸੀਂ ਡਾਕਟਰੀ ਦੀ ਪੜ੍ਹਾਈ ਨੂੰ ਪੰਜਾਬੀ 'ਚ ਕਰਨਾ ਚਾਹੁੰਦੇ ਹਾਂ, ਕੀ ਸਾਡੇ ਕੋਲ ਪੰਜਾਬੀ ਦੀ ਜਾਂ ਵਿਗਿਆਨਕ ਸ਼ਬਦਾਵਲੀ ਇਸ ਵੇਲੇ ਹੈ, ਜਾਂ ਉਹਦੇ ਵਾਸਤੇ ਤੁਹਾਡੇ ਵਰਗੇ ਬੁੱਧੀਜੀਵੀਆਂ ਨੂੰ ਕੀ ਕਰਨਾ ਚਾਹੀਦਾ, ਕੀ ਕਰਨਾ ਹੋਵੇਗਾ? ਨਹੀਂ ਦੇਖੋ, ਮੈਂ ਕਹਿੰਦਾ ਵੀ ਸ਼ਬਦਾਵਲੀ ਦੀ ਗੱਲ ਤਾਂ ਜੇ ਆਪਾਂ ਮੈਂ ਕਹਿੰਦਾ ਜੇ ਹੈਲਥ ਦੀ ਗੱਲ ਕਰੀਏ ਤਾਂ ਮੈਂ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਹੈ ਕਿ ਵੀ ਦੇਖੋ ਵੀ ਸਿਹਤ ਦਾ ਇਹੋ ਜਿਹਾ ਮਸਲਾ ਹੈਗਾ ਵੀ ਜਿਹਦੇ ਵਾਸਤੇ ਆਪਾਂ ਪੰਜਾਬੀ 'ਚ ਆਪਣੀ ਦਰਦ ਦੱਸਦੇ ਹੈਗੇ, ਆਪਣੀ ਤਕਲੀਫ ਦੱਸਦੇ ਹੈਗੇ ਹੈ, ਅਤੇ ਆਪਾਂ
ਜੇ ਸਮਝਾ ਸਕਦੇ ਆ ਸਾਡੇ ਕੋਲ ਉਹ ਸ਼ਬਦ ਹੈਗੇ ਨੇ। ਹੋ ਸਕਦਾ ਕਿ ਵਿੱਚੋਂ ਵਿੱਚੋਂ ਅਸੀਂ ਕਦੇ ਬੋਲਦੇ ਬੋਲਦੇ ਅੰਗਰੇਜ਼ੀ ਦੇ ਵਿੱਚ ਵੀ ਸ਼ਬਦ ਇਸਤੇਮਾਲ ਕਰ ਦਈਏ। ਪੜ੍ਹਿਆ ਲਿਖਿਆ ਸਕੂਲ ਦਾ ਕਾਲਜ ਦਾ ਬੰਦਾ ਉਹ ਵੀ ਕਹਿ ਸਕਦਾ ਹੈਗਾ ਕਿ ਮੈਨੂੰ ਟੈਂਪਰੇਚਰ ਹੋਇਆ ਜੀ, ਮੈਨੂੰ ਮਤਲਬ ਕਿ ਜੀ ਕੱਚਾ ਹੋਣ ਦੀ ਥਾਂ ਕਹਿੰਦਾ ਕਿ ਮੈਨੂੰ ਵੋਮਟਿੰਗ ਫੀਲਿੰਗ ਹੋ ਰਹੀ ਹੈਗੀ ਹੈ, ਤਾਂ ਕਹਿਣ ਦਾ ਮਤਲਬ ਸਮਝਾ ਰਿਹਾ ਹੈਗਾ ਆਪਣੀ ਗੱਲ। ਤਾਂ ਸਾਡੇ ਕੋਲ ਸ਼ਬਦ ਹੈਗੇ ਆ ਸਮਝਾਉਣ ਵਾਲੇ, ਫਿਰ ਉਹ ਜੇ ਸਮਝਾਉਣ ਵਾਲੇ ਸ਼ਬਦ ਹੈਗੇ ਨੇ ਤਾਂ ਫਿਰ ਉਹ ਪੜ੍ਹਾਏ ਵੀ ਜਾ ਸਕਦੇ ਹੈਗੇ ਨੇ। ਉਹ ਗੱਲ ਵੱਖਰੀ ਹੈ ਕਿ ਥੋੜ੍ਹੀ ਮਿਹਨਤ ਕਰਕੇ ਇਹਦੀ ਇੱਕ ਵੋਕੈਬਲਰੀ ਵੀ ਬਣਾਈ ਜਾ ਸਕਦੀ ਹੈ। ਅਤੇ ਦੂਜਾ ਕਿਤਾਬਾਂ ਦਾ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਵਿਸ਼ੇਸ਼ ਤੌਰ 'ਤੇ ਇਸੇ ਵਾਸਤੇ ਗਠਨ ਹੋਇਆ ਸੀਗਾ, ਉਹਨੂੰ ਵੀ ਮਤਲਬ ਕਿ ਜਿਹੜੀ ਹੈਗੀ ਨਾ ਇਹਦੇ ਵਿੱਚ ਐਕਟਿਵਲੀ ਕੰਮ ਕਰਨਾ ਚਾਹੀਦਾ ਹੈਗਾ ਪੂਰੀ ਸਰਗਰਮੀ ਦੇ ਨਾਲ। ਅਤੇ ਕਿਤਾਬਾਂ ਬਣਾਉਣੀਆਂ ਗਠਿਤ ਕਰਨੀਆਂ ਕੋਈ ਮੁਸ਼ਕਿਲ ਨਹੀਂ ਹੈਗੀ ਆ। ਲਗਭਗ ਸਾਰੇ ਅਖਬਾਰ ਜਿਹੜੇ ਨਾ ਪੰਜਾਬੀ ਦੇ ਉਹ ਹਫ਼ਤੇ 'ਚ ਇੱਕ ਦਿਨ ਹੈਲਥ ਦਾ ਪੰਨਾ ਦਿੰਦੇ ਹੈਗੇ ਨੇ, ਜਿਹਦੇ 'ਚ ਉਹ ਬਿਮਾਰੀਆਂ ਦੇ ਬਾਰੇ ਕੀ ਲੱਛਣ ਨੇ, ਕੀ ਪਰਹੇਜ਼ ਹੈ, ਕੀ ਇਲਾਜ ਹੈ, ਇਹ ਸਾਰੀਆਂ ਸਾਵਧਾਨੀਆਂ ਨੇ ਇਹਦੇ ਬਾਰੇ ਉਹਦੇ 'ਚ ਲਿਖਿਆ ਹੁੰਦਾ ਹੈਗਾ। ਅਤੇ ਲੋਕ ਪੜ੍ਹਦੇ ਨੇ, ਉਹ ਪੇਜ ਪੜ੍ਹਿਆ ਵੀ ਜਾਂਦਾ ਹੈਗਾ। ਅਤੇ ਇਸ ਕਰਕੇ ਜਦੋਂ ਇਹ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈਗਾ, ਥੋੜ੍ਹੀ ਜਿਹੀ ਮਿਹਨਤ ਕਰਕੇ ਉਹਨੂੰ ਚੈਨਲਾਈਜ਼ ਕਰਨ ਦੀ ਲੋੜ ਹੈਗੀ ਹੈ। ਅਤੇ ਫਿਰ ਜੇ ਜੋ ਸਰਕਾਰ ਕਹਿ ਦੇਗੀ ਵੀ ਅਸੀਂ ਪੜ੍ਹਾਉਣਾ ਹੈਗਾ, ਤੇ ਫਿਰ ਆਪਣੇ ਆਪ ਹੀ ਕਿਤਾਬਾਂ ਰਾਤੋਂ ਰਾਤ ਪੈਦਾ ਵੀ ਹੋ ਜਾਂਦੀਆਂ ਹੁੰਦੀਆਂ ਨੇ। ਬਹੁਤ ਵਧੀਆ ਗੱਲ ਕਹੀ ਕਿ ਉਹ ਪੇਜ ਜਿਹੜਾ ਸਿਹਤ ਬਾਰੇ ਪੜ੍ਹਿਆ ਵੀ ਜਾਂਦਾ। ਮੇਰੇ ਖਿਆਲ ਬਿਮਾਰੀਆਂ ਹੋ ਹੀ ਇੰਨੀਆਂ ਗਈਆਂ ਕਿ ਉਹਨਾਂ ਨੂੰ ਪੜ੍ਹਨਾ ਪੈਂਦਾ ਆ। ਕਾਓ ਸਾਹਿਬ, ਤੁਹਾਡਾ ਵਿਸ਼ਾ ਖੇਤੀਬਾੜੀ ਹੈ, ਤੁਸੀਂ ਖੇਤੀਬਾੜੀ ਦੇ ਉੱਤੇ ਕਿਤਾਬਾਂ ਲਿਖੀਆਂ ਨੇ। ਤੁਸੀਂ ਆਪਣੇ ਹੋਰ ਜਿਹੜੇ ਪੰਜਾਬ ਦੇ ਲਿਖਾਰੀ ਨੇ, ਕਵਿਤਾ, ਨਾਵਲ, ਕਹਾਣੀਆਂ ਨੂੰ ਛੱਡ ਕੇ ਵਿਗਿਆਨਕ ਪੱਖ ਤੋਂ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ? ਸਾਡੇ 2 ਮਿੰਟ ਬਾਕੀ ਨੇ। ਮਾਲ ਸਾਹਿਬ ਦੇਖੋ, ਮੈਂ ਖੁਦ ਖੇਤੀਬਾੜੀ ਦੇ ਵਿੱਚ ਖੋਜ ਕੀਤੀ ਹੈ, ਕਿਤਾਬ ਲਿਖੀ ਹੈ। ਮੈਂ ਉਹਦੇ ਵਿੱਚ ਕੋਈ ਵੀ ਅੱਖਰ ਅੰਗਰੇਜ਼ੀ ਦਾ ਨਹੀਂ ਵਰਤਿਆ। ਜੇ ਉਹ ਪੰਜਾਬੀ 'ਚ ਲਿਖੀ ਜਾ ਸਕਦੀ, ਬਾਕੀ ਕੋਈ ਨਹੀਂ ਲਿਖੀ ਜਾ ਸਕਦੀ। ਦੂਸਰੀ, ਸਿੱਖ ਚੈਨਲ ਦੀ ਟੀਮ ਇੰਗਲੈਂਡ ਤੋਂ ਆ ਕੇ ਪ੍ਰਚਾਰ ਕਰਨ ਇੱਥੇ ਆਈ ਆ, ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਰਕਾਰਾਂ ਦੇ ਕੰਮ ਸਰਕਾਰ ਕਰਨਗੀਆਂ, ਵਿਗਿਆਨੀ ਆਪਣੇ ਕੰਮ ਕਰਕੇ ਨਵੇਂ ਅੱਖਰ ਘੜ ਲੈਣਗੇ, ਪਰ ਘੱਟੋ ਘੱਟ ਜਿਹੜੇ ਘਰਾਂ ਦੇ ਗਾੜੀ ਨੇਮ ਪਲੇਟਾਂ ਅੰਗਰੇਜ਼ੀ 'ਚ ਲਾਈਆਂ, ਇਹ ਤਾਂ ਪੰਜਾਬੀ 'ਚ ਕਰ ਦਿਓ। ਇਹ ਤਾਂ ਸਾਡਾ ਹੀ ਕੰਮ ਆ। ਇਹ ਅਸੀਂ ਫੋਕੀ ਸ਼ੋਹਰਤ ਵਾਸਤੇ ਇੱਕ ਵਿਖਾਉਣ ਲਈ, ਮੈਂ ਪੜ੍ਹਿਆ ਲਿਖਿਆ ਬੰਦਾ, ਮੇਰੇ ਅੰਗਰੇਜ਼ੀ 'ਚ ਨੇਮ ਪਲੇਟ ਲੱਗੀ ਆ, ਇਹਨੂੰ ਬਦਲ ਕੇ ਪੰਜਾਬੀ 'ਚ ਕਰ ਲਈਏ, ਪਤਾ ਲੱਗ ਜੂ ਅਸੀਂ ਪੰਜਾਬੀ ਛੇੜਦੇ ਹਾਂ। ਕਿਉਂਕਿ ਅਸੀਂ ਵਿਖਾਵਾ ਜ਼ਿਆਦਾ ਕਰਦੇ ਹਾਂ, ਦਿਲ ਦਾ ਦਰਦ ਜ਼ਿਆਦਾ ਪ੍ਰਗਟ ਕਰਦੇ ਹਾਂ, ਅਤੇ ਪ੍ਰੈਕਟੀਕਲੀ ਉਸ ਚੀਜ਼ ਨੂੰ ਸੁਧਾਰਨ ਵੱਲ ਅਸੀਂ ਘੱਟ ਲੱਗੇ ਹੋਏ ਹਾਂ। ਤੁਹਾਡਾ ਮਤਲਬ ਕਿ ਜਿਹੜਾ ਲੋਕ ਭਲਾਈ ਦਾ ਕੋਈ ਵੀ ਕਾਰਜ ਉਹ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ। ਪਿਆਰੇ ਦਰਸ਼ਕੋ, ਅੱਜ ਦੀ ਇਹ ਗੱਲਬਾਤ ਸੀ। ਇਹਦੇ ਵਿੱਚ ਸਾਡੇ ਕੋਲ ਸ਼ਾਮਲ ਸਨ ਡਾਕਟਰ ਗੋਰਖਵਾਲ ਸਿੰਘ ਜੀ ਕਾਲੋ ਅਤੇ ਡਾਕਟਰ ਸ਼ਿਆਮ ਸੁੰਦਰ ਜੀ ਦੀਪਤੀ। ਔਰ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਪੰਜਾਬੀ ਨੂੰ ਆ ਰਹੀਆਂ ਵੱਖਰੀ ਤਰ੍ਹਾਂ ਦੀਆਂ ਚੁਣੌਤੀਆਂ, ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਦਾ ਹੱਲ ਲੱਭਣ ਵਾਸਤੇ ਅਸੀਂ ਵੀ ਕੁਝ ਯਤਨ ਕੀਤਾ ਹੈ, ਅੰਕੜੇ ਇਕੱਠੇ ਕੀਤੇ ਹਨ, ਬਹੁਤ ਸਾਰੇ ਵਿਦਵਾਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਇਕੱਠੀ ਕਰਾਂਗੇ। ਔਰ ਨਾਲ ਦੀ ਨਾਲ ਦੇਖਦੇ ਹਾਂ ਕਿ ਇਸ ਵੇਲੇ ਜੋ ਪੰਜਾਬੀ ਮਾਹ ਮਨਾਇਆ ਜਾ ਰਿਹਾ ਹੈ, ਪੰਜਾਬ ਦੀ ਸਰਕਾਰ ਤੋਂ ਜਿਹੜੀ ਕਿ ਬੜੀ ਤਬਦੀਲੀ ਆਈ ਹੈ। ਜੇ ਕਹਿ ਦਈਏ ਕਿ 40-50 ਸਾਲਾਂ ਤੋਂ ਬਾਅਦ 2 ਸਰਕਾਰ ਨੂੰ ਲਾਂਭੇ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਅਤੇ ਉਹਨਾਂ ਤੋਂ ਪੰਜਾਬੀਆਂ ਨੂੰ ਖਾਸ ਤੌਰ 'ਤੇ ਪੰਜਾਬੀ ਭਾਸ਼ਾ ਦੇ ਮੁੱਦੇ ਤੋਂ ਕਿਹੋ ਜਿਹੀਆਂ ਆਸਾਂ ਨੇ, ਇਹ ਸਾਡੇ ਵਾਸਤੇ ਇੱਕ ਬੜਾ ਜ਼ਰੂਰੀ ਹੈ। ਦੀਪਤੀ ਜੀ, ਤੁਸੀਂ ਆਪਣੇ ਵੱਲੋਂ ਅਖੀਰਲਾ ਸੰਦੇਸ਼ ਕੀ ਦੇਣਾ ਚਾਹੁੰਦੇ ਆ ਸਾਡੇ ਸਿੱਖ ਚੈਨਲ ਦੇ ਦਰਸ਼ਕਾਂ ਨੂੰ? ਨਹੀਂ, ਦੇਖੋ ਜੀ, ਮੈਂ ਤਾਂ ਗੱਲ ਕਰਦਾ ਜਿਹੜੀ ਆਪਣੀ ਪੰਜਾਬੀ ਭਾਸ਼ਾ ਜਾਂ ਕਿ ਮਾਂ ਬੋਲੀ ਦੀ ਗੱਲ ਕਰੀਏ ਆਪਾਂ, ਜਿਹਨੂੰ ਆਪਾਂ ਕਹਿੰਦੇ ਹੈਗੇ ਨੇ, ਉਹ ਜਦੋਂ ਤੁਸੀਂ ਗੱਲ ਕਰਦੇ ਹੈਗੇ ਹੋ ਤਾਂ ਉਹ ਤੁਹਾਡੇ ਦਿਲ ਨੂੰ ਛੂੰਹਦੀ ਹੈਗੀ ਹੈ। ਜੇ ਆਪਾਂ ਉਹਦਾ ਉਦਾਹਰਨ ਹੀ ਹੈਗਾ ਵੀ ਜੇ ਤੁਸੀਂ ਕਿਸੇ ਨੂੰ ਚੁਟਕਲਾ ਸੁਣਾਉਂਦੇ ਹੋ ਅਤੇ ਬੰਦਾ ਹੱਸਦਾ ਹੈਗਾ, ਉਹ ਤਾਂ ਹੀ ਹੱਸੂਗਾ ਜੇ ਉਹ ਮਾਂ ਬੋਲੀ ਸੁਣਾਇਆ ਹੋਊਗਾ। ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਵੀ ਜੇ ਆਪਾਂ ਆਪਣੀ ਜਿਹੜੀ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਚੀਜ਼ ਹੈਗੀ ਹੈ, ਉਹ ਤੁਸੀਂ ਆਪਣੀ ਮਾਂ ਬੋਲੀ 'ਚ ਕਰਦੇ ਹੋ ਤਾਂ ਤੁਹਾਨੂੰ ਵੱਧ ਪ੍ਰਭਾਵਿਤ ਵੀ ਕਰਦੀ ਹੈਗੀ ਹੈ। ਅਤੇ ਜੇ ਕਿਸੇ ਨੂੰ ਸਮਝਦਾ ਹੈਗਾ ਤਾਂ ਫਿਰ ਉਹ ਸਮਝਣ ਦੇ ਵਾਸਤੇ ਤੁਸੀਂ ਕਿਸੇ ਵੀ ਭਾਸ਼ਾ ਦੀ, ਦੇਖੋ ਚਾਹੇ ਫਰੈਂਚ ਹੈ, ਚਾਹੇ ਜਰਮਨ ਹੈਗੀ ਹੈ, ਲੋਕ 6 ਮਹੀਨਿਆਂ 'ਚ ਸਿੱਖ ਕੇ ਚਲੇ ਜਾਂਦੇ ਹੈ। ਉਹ ਤੁਸੀਂ ਵੀ ਕੋਈ ਵੀ ਭਾਸ਼ਾ ਜਿਹੜੀ ਬਾਅਦ ਵਿੱਚ ਸਿੱਖਣੀ ਹੈਗੀ ਹੈ, ਉਹਨੂੰ ਤੁਸੀਂ ਸੰਪਰਕ ਦੀ ਭਾਸ਼ਾ ਬਣਾਉਣੀ ਹੈਗੀ ਹੈ, ਉਹ ਤੁਸੀਂ ਬਾਅਦ ਵਿੱਚ ਸਿੱਖ ਸਕਦੇ ਹੈਗੇ ਹੋ। ਸਗੋਂ ਬਾਅਦ ਵਿੱਚ ਉਹ ਸਿੱਖਣੀ ਆਸਾਨ ਵੀ ਹੁੰਦੀ ਹੈ ਜੇ ਪਹਿਲਾਂ ਮਾਂ ਬੋਲੀ ਸਿੱਖੀ ਹੋਵੇ। ਠੀਕ ਹੈ ਜੀ, ਦੀਪਤੀ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਕਾਲੋ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਪ੍ਰੋਗਰਾਮ ਦੀ ਇੱਥੇ ਅਸੀਂ ਸਮਾਪਤੀ ਕਰਦੇ ਹਾਂ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਨਾਲ ਜੁੜਦੇ ਨੇ, ਅਤੇ ਨਾਲ ਦੀਆਂ ਦੋਹਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।